ਰੰਧਾਵਾ ਜੋ ਐਸਜੀਪੀਸੀ ਮੈਂਬਰ ਨੇ ਫੋਨ ਲਾਈਨ ਤੇ ਮੌਜੂਦ ਨੇ। ਰੰਧਾਵਾ ਸਾਹਿਬ, ਤੁਹਾਡੇ ਵੱਲੋਂ ਇਹ ਗੱਲ ਕੀਤੀ ਗਈ ਹੈ, ਵੱਡਾ ਖੁਲਾਸਾ ਤੁਹਾਡੇ ਵੱਲੋਂ ਕੀਤਾ ਗਿਆ ਕਿ ਸ਼੍ਰੀ ਹਜ਼ੂਰ ਸਾਹਿਬ ਤੋਂ ਜੋ ਸ਼ਰਧਾਲੂ ਵਾਪਸ ਪਰਤ ਰਹੇ ਨੇ ਉਹਨਾਂ ਦੇ ਸੰਬੰਧੀ ਜੋ ਉੱਥੋਂ ਦੇ ਹੋਰ ਵੀ ਮਜ਼ਦੂਰ ਸੀ ਮਹਾਰਾਸ਼ਟਰ ਦੇ ਵਿੱਚ, ਉਹ ਵੀ ਇਹਨਾਂ ਬੱਸਾਂ ਦੇ ਵਿੱਚ ਹੀ ਸਫ਼ਰ ਕੀਤਾ, ਉਹਨਾਂ ਨੇ ਇਹਨਾਂ ਦੇ ਨਾਲ ਹੀ ਵਾਪਸ ਆਏ, ਜਿਸ ਕਾਰਨ ਸ਼ਰਧਾਲੂਆਂ ਦੀ ਰਿਪੋਰਟ ਪੋਜ਼ਿਟਿਵ ਪਾਈ ਗਈ ਹੈ। देखो ये गल मैं कोई इल्जाम नहीं लाया, ये ऑन रिकॉर्ड है। राजकुमार ब्रिगेडियर बलाचौर ने बकायदा एक बीबी हरसिमरत कौर बादल को 24 अप्रैल को चिट्ठी लिखी थी, ये जिक्र किया, चिट्ठी मेरे को मौजूद है। तो केंद्र सरकार ने मंजूरी दे दी 25 तरीक को। 25 तरीक को उन्होंने एक बयान लिखा जिहदे विच उन्होंने धन्नवाद किया। ਉਹਦੇ ਨਾਲ ਉਹਨਾਂ ਨੇ ਇੱਕ ਫੇਸਬੁੱਕ ਪੋਸਟ ਪਾ ਕੇ ਅਪੀਲ ਕੀਤੀ ਉੱਥੇ ਲੋਕਾਂ ਨੂੰ ਕਿ ਤੁਸੀਂ ਫਟਾਫਟ ਹਜ਼ੂਰ ਸਾਹਿਬ ਨੰਦੇੜ ਸਾਹਿਬ ਦੇ ਵਿੱਚ ਪਹੁੰਚ ਜਾਓ, ਉੱਥੋਂ ਵਾਪਸ ਆਉਣ ਦਾ ਇੰਤਜ਼ਾਮ ਹੋ ਚੁੱਕਿਆ। ਔਰ ਬਲਕਿ ਉਹਨਾਂ ਨੇ ਫਿਰ ਬੜੀ ਦਲੀਲ ਨਾਲ ਇਹ ਗੱਲ ਕਹੀ ਕਿ ਜੇ ਤੁਹਾਨੂੰ ਕਿਤੇ ਨੰਦੇੜ ਪਹੁੰਚਣ ਦੇ ਵਿੱਚ ਦਿੱਕਤ ਆਉਂਦੀ ਹੈ ਤਾਂ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ। ਇਹ ਸਾਰੇ ਇੰਗਲਿਸ਼ ਅਖਬਾਰਾਂ ਨੇ ਵੀ ਖਬਰ ਛਾਪੀ ਹੈ। ਸੋ ਹੁਣ ਮੇਰਾ ਇਤਰਾਜ਼ ਇਸ ਗੱਲ ਦਾ, ਇਸ ਗੱਲ ਦੀ ਪੁਸ਼ਟੀ ਸ਼੍ਰੋਮਣੀ ਕਮੇਟੀ ਦੇ ਮੀਤ ਪ੍ਰਧਾਨ ਗੁਰਬਖਸ਼ ਸਿੰਘ ਖਾਲਸਾ ਨੇ ਵੀ ਕੀਤੀ ਕਿ ਸੰਗਤ ਠੀਕ ਠਾਕ ਸੀ, ਸੰਗਤ ਦੇ ਵਿੱਚ ਬੰਦੇ ਬਾਹਰੋਂ ਰਲੇ। ਮੇਰਾ ਇਹ ਕਹਿਣਾ ਵੀ ਜਿਹੜੇ ਬੰਦੇ ਰਲੇ ਉਹਨਾਂ ਨੂੰ ਰਲਾਉਣ ਵਾਲਾ ਵੀ ਇੱਕ ਅਕਾਲੀ ਲੀਡਰ ਹੈ, ਜਿਹੜਾ ਬ੍ਰਿਗੇਡੀਅਰ ਹੈ, ਆਪਣੇ ਆਪ ਨੂੰ ਹਲਕਾ ਇੰਚਾਰਜ ਦੀ ਤਰ੍ਹਾਂ ਵਿਚਰਦਾ ਹੈ ਬਲਾਚੌਰ ਤੋਂ। ਤੋ ਕਹਿਣ ਦਾ ਮਤਲਬ ਮੇਰਾ ਇਹ ਸੀ, ਮੇਰਾ ਇਹ ਵਿਸ਼ਾ ਹੈ ਕਿ ਇਹਦੀ ਜਾਂਚ ਹੋਣੀ ਚਾਹੀਦੀ ਹੈ, ਕਿੰਨੇ ਬੰਦੇ ਸੰਗਤ ਦੇ ਵਿੱਚ ਰਲੇ, ਕਿਉਂਕਿ ਉਹਨਾਂ ਦਾ ਜ਼ਿਕਰ ਕਿਸੇ ਨੇ ਨਹੀਂ ਕੀਤਾ ਕਿ ਉੱਥੇ ਸੰਗਤ ਦੇ ਨਾਲ ਹੋਰ ਵੀ ਵੱਖੋ ਜ਼ਿਲ੍ਹਿਆਂ ਦੇ ਵਿੱਚ ਲੋਕੀ ਆਏ, ਇਹਨਾਂ ਦੀ ਜਿੰਨੀ ਵੀ ਬਦਨਾਮੀ ਕਰਨ ਦੀ ਕੋਸ਼ਿਸ਼ ਕੀਤੀ ਗਈ, ਤਾਂ ਉਹ ਸਿੱਖਾਂ ਦੇ ਇੱਕ ਮਹਾਨ ਤਖਤ ਦੀ ਸ਼੍ਰੀ ਹਜ਼ੂਰ ਸਾਹਿਬ ਦੀ ਉੱਥੇ ਯਾਤਰਾ ਕਰ ਰਹੇ ਸੀ ਸਿੱਖ ਸ਼ਰਧਾਲੂਆਂ ਦੀ। ਸੋ ਮੇਰਾ ਇਹ ਇਤਰਾਜ਼ ਕਰਕੇ ਮੈਂ ਜਿਹੜਾ ਬਿਆਨ ਦਿੱਤਾ, ਔਰ ਮੇਰੇ ਕੋਲ ਦੇ ਫੈਕਟ ਨੇ ਔਰ ਮੇਰੇ ਕੋਲ ਦੇ ਸਬੂਤ ਨੇ। ਸਾਹਿਬ, ਇਸ ਦੇ ਨਾਲ ਹੀ ਜੇਕਰ ਆਪਾਂ ਗੱਲ ਕਰ ਲਈਏ ਤਾਂ ਇਹਨਾਂ ਤੇ ਸਿਆਸਤ ਵੀ ਲਗਾਤਾਰ ਚੱਲ ਰਹੀ ਹੈ ਕਿ ਸ਼ਰਧਾਲੂਆਂ ਨੂੰ ਅਸੀਂ ਵਾਪਸ ਲਿਆਂਦਾ। ਕਾਂਗਰਸ ਕਹਿ ਰਹੀ ਹੈ ਕਿ ਸਾਡੇ ਜ਼ਰੀਏ ਵਾਪਸ ਆਏ ਨੇ, ਤੇ ਉਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਜੋ ਪ੍ਰਧਾਨ ਨੇ ਸੁਖਬੀਰ ਸਿੰਘ ਬਾਦਲ, ਉਹਨਾਂ ਦਾ ਵੀ ਇਹ ਗੱਲ ਕਹਿਣਾ ਕਿ 25 ਦੇ ਕਰੀਬ ਜੋ ਸ਼ਰਧਾਲੂ ਸੀ ਉਹਨਾਂ ਦਾ ਇੱਕ ਸੋਸ਼ਲ ਡਿਸਟੈਂਸ ਜ਼ਰੀਏ ਬੱਸਾਂ ਰਾਹੀਂ ਲਿਆਉਣਾ ਬਣਦਾ ਸੀ, ਪਰ ਸੂਬਾ ਸਰਕਾਰ ਵੱਲੋਂ ਬੱਸਾਂ ਘੱਟ ਪਹੁੰਚਾਈਆਂ ਗਈਆਂ ਮਹਾਰਾਸ਼ਟਰ 'ਚ। ਹਾਲਾਂਕਿ ਮਹਾਰਾਸ਼ਟਰ ਦੇ ਵਿੱਚ ਸਭ ਤੋਂ ਵੱਧ ਕਰੋਨਾ ਪੀੜਤ ਪਾਏ ਜਾ ਰਹੇ ਨੇ, ਤੇ ਉਸ ਤੋਂ ਬਾਅਦ ਵੀ ਜੇਕਰ ਆਪਾਂ ਗੱਲ ਕਰ ਲਈਏ ਜਿਵੇਂ ਤੁਸੀਂ ਕਿਹਾ ਕਿ ਬ੍ਰਿਗੇਡੀਅਰ ਦੁਆਰਾ ਇਹ ਗੱਲ ਕੀਤੀ ਗਈ ਸੀ ਕਿ ਜੋ ਉੱਧਰ ਮਜ਼ਦੂਰ ਨੇ ਕੰਮ ਕਰਨ ਵਾਲੇ ਉਹਨਾਂ ਨੂੰ ਵੀ ਵਾਪਸ ਲਿਆਂਦਾ ਜਾਵੇ, ਤਾਂ ਉਹਦੇ ਸੰਬੰਧੀ ਕੋਈ ਓਫੀਸ਼ੀਅਲੀ ਸਟੇਟਮੈਂਟ ਜਾਂ ਤੁਹਾਡੇ ਉੱਧਰੋਂ ਤੀ ਸ਼੍ਰੀ ਹਜ਼ੂਰ ਸਾਹਿਬ ਤੋਂ ਇੱਕ ਬਾਬਾ ਬਲਵੀਰ ਸਿੰਘ ਦੀ ਵੀਡੀਓ ਵੀ ਜਾਰੀ ਕੀਤੀ ਸੀ ਉਹਨਾਂ ਨੇ ਕਿ ਉਹਨਾਂ ਨੂੰ ਨਾ ਬਦਨਾਮ ਕੀਤਾ ਜਾਵੇ, ਤੁਹਾਡੇ ਕੋਲ ਕੋਈ ਇਹੋ ਜਿਹੀ ਓਫੀਸ਼ੀਅਲ ਸਟੇਟਮੈਂਟ ਹੈਗੀ ਜਿਸ ਦੇ ਜ਼ਰੀਏ ਕਿ ਬ੍ਰਿਗੇਡੀਅਰ ਸਾਹਿਬ ਨੇ ਕਿਹਾ ਹੋਵੇ ਕਿ ਉਹਨਾਂ ਨੂੰ ਵੀ ਵਾਪਸ ਭੇਜਿਆ ਜਾਵੇ ਇੱਧਰ? ਬ੍ਰਿਗੇਡੀਅਰ ਸਾਹਿਬ ਦੀ ਆਪਣੀ ਫੇਸਬੁੱਕ ਤੇ ਪਾਈ ਹੋਈ ਪੋਸਟ ਹੈ, ਜਿਹਦੇ ਵਿੱਚ ਉਹਨਾਂ ਨੇ ਮਨਜ਼ੂਰੀ ਮਿਲਣ ਤੋਂ ਬਾਅਦ ਅਪੀਲ ਕੀਤੀ ਉੱਥੇ ਦੇ ਲੋਕਾਂ ਤੋਂ ਕਿ ਨੰਦੇੜ ਇਕੱਠੇ ਹੋ ਜਾਓ। ਉਸ ਤੋਂ ਪਹਿਲਾਂ ਬ੍ਰਿਗੇਡੀਅਰ ਦੀ ਆਪਣੀ ਇੱਕ ਲੈਟਰ ਹੈਡ ਤੇ ਲਿਖੀ ਹੋਈ ਬੀਬੀ ਬਾਦਲ ਨੂੰ ਚਿੱਠੀ ਹੈ, ਤੇ ਇੱਕ ਬ੍ਰਿਗੇਡੀਅਰ ਦਾ ਉੱਥੋਂ ਦੇ ਮੇਰਾ ਖਿਆਲ ਜਗਬਾਣੀ ਸ਼ਾਇਦ ਅਖਬਾਰ ਦੇ ਵਿੱਚ ਛਪਿਆ ਹੋਇਆ ਧੰਨਵਾਦ ਦਾ ਬਿਆਨ ਹੈ। ਤੇ ਬ੍ਰਿਗੇਡੀਅਰ ਨੇ ਬਲਕਿ ਇੱਥੋਂ ਤੱਕ ਵੀ ਕਿਹਾ ਕਿ ਜੇ ਤੁਹਾਨੂੰ ਦਿੱਕਤ ਆਉਂਦੀ ਹੈ ਉੱਥੇ ਜਾਣ ਦੇ ਵਿੱਚ ਤਾਂ ਤੁਸੀਂ ਮੇਰੇ ਨਾਲ ਕੰਟੈਕਟ ਕਰੋ, ਮੈਂ ਉਹਦਾ ਇੰਤਜ਼ਾਮ ਕਰੂੰਗਾ। ਤੇ ਦੂਸਰੀ ਗੱਲ ਜਿਹੜੀ ਤੁਸੀਂ ਗੱਲ ਕਹੀ ਆ ਕਿ ਬੱਸਾਂ ਘੱਟ ਭੇਜੀਆਂ ਨੇ, ਤਾਂ ਅਕਾਲੀ ਦਲ ਦੇ ਕੁਝ ਲੀਡਰਾਂ ਕੋਲ 1000 ਪੇਪਰ ਬਸ ਹੈ, ਤੇ ਇਹ ਭੇਜ ਦਿੰਦੇ ਫਿਰ। ਬਿਲਕੁਲ, ਕਿਤੇ ਨਾ ਕਿਤੇ ਜੇਕਰ ਉਹਨਾਂ ਨੂੰ ਇੱਦਾਂ ਲੱਗਦਾ ਸੀ ਤਾਂ ਜੋ ਕਰੋਨਾ ਮਹਾਮਾਰੀ ਲਗਾਤਾਰ ਭਿਆਨਕ ਰੂਪ ਲੈ ਰਹੀ ਹੈ, ਤਾਂ ਇਸ ਭਿਆਨਕ ਸਮੇਂ ਦੇ ਵਿੱਚ ਇੱਕ ਸਾਥ ਇਕਜੁੱਟ ਹੋ ਕੇ ਚੱਲਣਾ ਜ਼ਰੂਰੀ ਬਣਦਾ ਸੀ। ਪਰ ਮੌਜੂਦਾ ਸਮੇਂ ਦੇ ਵਿੱਚ ਸੂਬਾ ਸਰਕਾਰ ਦੀ ਇਹ ਮੋਰਲ ਰਿਸਪੌਂਸਿਬਿਲਿਟੀ ਬਣਦੀ ਹੈ ਕਿ ਉਹ ਆਪਣੇ ਤੌਰ 'ਤੇ ਕੀ ਵੱਡੇ ਉਪਰਾਲੇ ਕਰ ਰਹੀ ਹੈ। ਸੋ ਰੰਧਾਵਾ ਸਾਹਿਬ, ਇਸ ਦੇ ਨਾਲ ਹੀ ਜੇਕਰ ਆਪਾਂ ਇੱਕ ਦੂਸਰੇ ਪੱਖ ਤੋਂ ਵੀ ਗੱਲ ਕਰ ਲਈਏ ਕਿ ਜੋ ਇਸ ਸ਼ਰਧਾਲੂ ਨੂੰ ਲੈ ਕੇ ਸਿਆਸਤ ਹੋ ਰਹੀ ਹੈ ਜਾਂ ਸ਼ਰਧਾਲੂਆਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਉਸ ਸੰਬੰਧ ਦੇ ਵਿੱਚ ਤੁਸੀਂ ਕੀ ਕਹੋਗੇ? ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦੀ ਇਸ 'ਤੇ ਹਾਲੇ ਤੱਕ ਕੋਈ ਸਟੇਟਮੈਂਟ ਨਹੀਂ ਸਾਹਮਣੇ ਆਈ। ਮੈਂ ਇਹੀ ਗੱਲ ਦਾ ਮੈਨੂੰ ਦੁੱਖ ਆ ਕਿ ਇੱਕ ਪਾਸੇ ਜਦੋਂ ਹਿੰਦੁਸਤਾਨ ਦਾ ਮੀਡੀਆ ਦਾ ਇੱਕ ਵਰਗ ਲਗਾਤਾਰ ਤਬਦੀਲੀ ਜਮਾਤ ਤੋਂ ਬਾਅਦ ਸਿੱਖ ਕੌਮ ਨੂੰ, ਸਿੱਖ ਪੰਥ ਨੂੰ ਜਿਹੜਾ ਬਦਨਾਮ ਕਰ ਰਿਹਾ ਹੈ,
ਬਿਲਕੁਲ ਟਾਰਗੇਟ ਕਰਕੇ ਬਦਨਾਮ ਕਰ ਰਿਹਾ ਹੈ। ਉਸ ਸਮੇਂ ਡਿਫੈਂਡ ਕਰਨਾ ਚਾਹੀਦਾ ਸੀ ਅਕਾਲੀ ਦਲ ਨੂੰ, ਉਸ ਸਮੇਂ ਡਿਫੈਂਡ ਕਰਨਾ ਚਾਹੀਦਾ ਸੀ। ਮਾਫੀ ਚਾਹੁੰਦਾ, ਤੁਹਾਨੂੰ ਰੋਕਣਾ ਚਾਹਾਂਗਾ। ਸਾਡੇ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਵਿਰਸਾ ਸਿੰਘ ਵਲਟੋਆ ਫੋਨ ਲਾਈਨ ਤੇ ਮੌਜੂਦ ਨੇ। ਵਲਟੋਆ ਸਾਹਿਬ, ਜਿੱਦਾਂ ਦੀ ਰਾਜਨੀਤੀ ਹੋ ਰਹੀ ਹੈ, ਸਿਆਸਤ ਹੋ ਰਹੀ ਹੈ ਸ਼ਰਧਾਲੂਆਂ ਦੇ ਉੱਪਰ, ਐਸਜੀਪੀਸੀ ਮੈਂਬਰ ਭਾਈ ਗੁਰਪ੍ਰੀਤ ਸਿੰਘ ਰੰਧਾਵਾ ਵੱਲੋਂ ਵੀ ਇੱਕ ਵੱਡਾ ਖੁਲਾਸਾ ਕੀਤਾ ਗਿਆ ਹੈ ਕਿ ਪਹਿਲਾਂ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਇੱਕ ਨੁਮਾਇੰਦੇ ਵੱਲੋਂ ਸ਼ਰਧਾਲੂ ਨੂੰ ਵਾਪਸ ਲਿਆਉਣ ਦੀ ਮੰਗ ਕੀਤੀ ਜਾ ਰਹੀ ਹੈ ਤੇ ਉਸ ਦੇ ਨਾਲ ਹੀ ਮਹਾਰਾਸ਼ਟਰ 'ਚ ਹੋਰ ਫਸੇ ਮਜ਼ਦੂਰਾਂ ਨੂੰ ਵੀ ਨਾਲ ਲਿਆਉਣ ਦੀ ਮੰਗ ਕੀਤੀ ਜਾ ਰਹੀ ਹੈ। ਸੋ ਉਹਨਾਂ ਨੇ ਖੁਲਾਸਾ ਕੀਤਾ ਕਿ ਸ਼੍ਰੋਮਣੀ ਅਕਾਲੀ ਦਲ ਇਸ ਤੇ ਸਿਆਸਤ ਕਰ ਰਿਹਾ। ਦੇਖੋ, ਪਹਿਲੀ ਤੇ ਗੱਲ ਹੈ, ਕੋਈ ਸਿਆਸਤ ਵਾਲੀ ਗੱਲ ਨਹੀਂ। ਔਰ ਜਿਹੜੇ ਸ਼੍ਰੀ ਹਜ਼ੂਰ ਸਾਹਿਬ ਯਾਤਰਾ ਕਰਨ ਗਏ ਹੋਏ, ਨਤਮਸਤਕ ਹੋਣ ਵਾਸਤੇ ਗਏ ਸੀ, ਜਿਨ੍ਹਾਂ ਨੂੰ ਕਦਾਚਿਤ ਵੀ ਸੁਪਨੇ 'ਚ ਵੀ ਨਹੀਂ ਸੀ ਪਤਾ ਕਿ ਅਸੀਂ ਲੋਕਡਾਊਨ ਲੱਗ ਜਾਏ ਤਾਂ ਅਸੀਂ ਇੱਥੇ ਫਸ ਜਾਵਾਂਗੇ। ਕੋਈ ਇੱਕ ਦਿਨ ਨਹੀਂ, 2 ਦਿਨ ਨਹੀਂ, ਮੇਰਾ ਮਹੀਨੇ ਤੋਂ ਉੱਪਰ ਜਿਹੜਾ ਆ ਉੱਥੇ ਉਹ ਮਹੀਨਾ ਸਵਾ ਮਹੀਨਾ ਉੱਥੇ ਉਹ ਫਸੇ ਰਹੇ। ਉਹਨਾਂ ਦਾ ਫਰਜ਼ ਬਣਦਾ ਹੈ ਕਿ ਆਪਣੀ ਸਰਕਾਰ ਨੂੰ, ਆਪਣੇ ਨੁਮਾਇੰਦਿਆਂ ਨੂੰ ਕਹਿਣਾ ਕਿ ਸਾਨੂੰ ਇੱਥੋਂ ਜਿਹੜਾ ਪੰਜਾਬ ਸਾਡੇ ਘਰਾਂ ਤੱਕ ਪਹੁੰਚਾਇਆ ਜਾਵੇ, ਸਾਡੇ ਪੰਜਾਬ 'ਚ ਪਹੁੰਚਾਇਆ ਜਾਵੇ, ਸਾਨੂੰ ਇੱਥੋਂ ਲਿਜਾਇਆ ਜਾਵੇ। ਔਰ ਉਹਨਾਂ ਨੇ ਉਹ ਚਾਹੇ ਸੋਸ਼ਲ ਮੀਡੀਆ ਰਾਹੀਂ ਕੀਤਾ, ਚਾਹੇ ਫੋਨਾਂ ਰਾਹੀਂ ਕੀਤਾ, ਚਾਹੇ ਰਿਕੁਐਸਟ ਕੀਤੀਆਂ, ਚਾਹੇ ਪੰਜਾਬ ਸਰਕਾਰ ਤੱਕ ਵੀ ਪਹੁੰਚ ਕੀਤੀ, ਅਕਾਲੀ ਦਲ ਤੱਕ ਵੀ ਪਹੁੰਚ ਕੀਤੀ। ਉਹਨਾਂ ਨੇ ਹਰੇਕ ਥਾਂ ਤੇ ਆਪਣੀ ਪਹੁੰਚ ਕੀਤੀ ਕਿ ਸਾਨੂੰ ਇੱਥੋਂ ਕੱਢਿਆ ਜਾਵੇ। ਵਲਟੋਆ ਸਾਹਿਬ, ਜੇਕਰ ਆਪਾਂ ਦੂਸਰੇ ਪੱਖ ਤੋਂ ਗੱਲ ਕਰ ਲਈਏ ਤਾਂ ਮੈਨੂੰ ਤੁਸੀਂ ਸਵਾਲ ਕੀਤਾ, ਜਿਹੜਾ ਸਵਾਲ ਕੀਤਾ ਉਹਦਾ ਜਵਾਬ ਤੇ ਲੈ ਲਓ। ਜੀ ਬੋਲੋ। ਮੇਰੀ ਬੇਨਤੀ ਇੰਨੀ ਕਾ ਕਿ ਬੀਬਾ ਹਰਸਿਮਰਤ ਕੌਰ ਬਾਦਲ ਜਿਹੜੇ ਕਿ ਕੇਂਦਰੀ ਮੰਤਰੀ ਨੇ, ਉਹਨਾਂ ਦੇ ਉੱਤੇ ਯਾਤਰੂਆਂ ਵੱਲੋਂ ਵਾਰ-ਵਾਰ ਜਿਹੜਾ ਕਿਹਾ ਜਾ ਰਿਹਾ ਸੀ ਸਾਡੇ ਬਾਰੇ ਕੁਝ ਕੀਤਾ ਜਾਵੇ। ਪਰ ਕਿਉਂਕਿ ਪਰਮਿਸ਼ਨ ਜਿਹੜੀ ਦੇਣੀ ਸੀ ਉਹ ਕੇਂਦਰੀ ਗ੍ਰਹਿ ਮੰਤਰਾਲੇ ਨੇ ਦੇਣੀ, ਇਸ ਕਰਕੇ ਜਿਹੜਾ ਬੀਬਾ ਜੀ ਨੇ ਜਿਹੜਾ ਸਪੈਸ਼ਲ ਆਪਣਾ ਰੋਲ ਅਦਾ ਕੀਤਾ ਤੇ ਉਹਨਾਂ ਨੂੰ ਪਰਮਿਸ਼ਨ ਦਵਾਈ। ਔਰ ਉਸ ਤੋਂ ਬਾਅਦ ਜਿਹੜਾ ਉਹਨਾਂ ਨੂੰ ਲਿਆਉਣਾ, ਉਹਨਾਂ ਬਾਰੇ ਪ੍ਰਬੰਧ ਕਰਨਾ, ਉਹਨਾਂ ਬਾਰੇ ਜੋ ਕੁਛ ਵੀ ਕਰਨਾ ਆ ਉਹ ਪੰਜਾਬ ਸਰਕਾਰ ਨੇ ਕਰਨਾ ਸੀ। ਕਿਉਂਕਿ ਜਿਹੜੀ ਹੈ ਡਿਜ਼ਾਸਟਰ ਮੈਨੇਜਮੈਂਟ ਹੈ ਜਾਂ ਜਿਹੜੀ ਕਰੋਨਾ ਮਹਾਮਾਰੀ ਹੈ, ਉਹਦੇ ਬਾਰੇ ਜਿਹੜੀ ਇੱਕ ਨੀਤੀ ਹੈ, ਇੱਕ ਐਕਟ ਹੈ, ਉਸ ਐਕਟ ਦੇ ਤਹਿਤ ਪੰਜਾਬ ਸਰਕਾਰ ਕੰਮ ਕਰਦੀ ਹੈ। ਔਰ ਉਸ ਐਕਟ ਦੇ ਵਿੱਚ ਹੋਰ ਕੋਈ ਕਿਸੇ ਵੀ ਤਰ੍ਹਾਂ ਦਾ ਕੋਈ ਬਾਹਰੀ ਵਿਅਕਤੀ ਜਾਂ ਬਾਹਰੀ ਜਿਹੜਾ ਆ ਕੋਈ ਐਕਟ ਨਹੀਂ ਕਰ ਸਕਦਾ, ਕੋਈ ਕਿਸੇ ਤਰ੍ਹਾਂ ਦੀ ਕੋਈ ਕਾਰਵਾਈ ਨਹੀਂ ਕਰ ਸਕਦਾ। ਔਰ ਪੰਜਾਬ ਸਰਕਾਰ ਦੀ ਸਭ ਤੋਂ ਪਹਿਲੀ ਤੇ ਗਲਤੀ ਇਹ ਹੈ ਕਿ ਪਰਮਿਸ਼ਨ ਮਿਲ ਗਈ, ਪਰ ਪਰਮਿਸ਼ਨ ਮਿਲਣ ਤੋਂ ਬਾਅਦ ਜੋ ਸਰਕਾਰ ਦੀਆਂ ਜ਼ਿੰਮੇਵਾਰੀਆਂ ਬਣਦੀਆਂ ਸੀ, ਜੋ ਉਹਨਾਂ ਦਾ ਪ੍ਰਬੰਧ ਕਰਨਾ ਫਰਜ਼ ਬਣਦਾ ਸੀ, ਜਿਸ ਤਰ੍ਹਾਂ ਦੀ ਨੀਤੀ ਬਣਾਉਣੀ ਚਾਹੀਦੀ ਸੀ, ਉਹ ਨੀਤੀ ਕਿਸੇ ਵੀ ਥਾਂ ਤੇ ਨਜ਼ਰ ਨਹੀਂ ਆਈ। 23 ਤਰੀਕ ਨੂੰ ਉੱਥੇ ਸ਼ਰਧਾਲੂ ਚੱਲਦੇ ਨੇ, 26 ਤਰੀਕ ਨੂੰ ਪੰਜਾਬ ਦੀ ਧਰਤੀ ਤੇ ਪਹੁੰਚਦੇ ਨੇ, ਉਹਨਾਂ ਨੂੰ ਘਰੋਂ ਘਰੀ ਤਾਰ ਕੇ ਕੈਪਟਨ ਅਮਰਿੰਦਰ ਸਿੰਘ ਪੰਜਾਬ ਦੇ ਲੋਕਾਂ ਨੂੰ ਖੁਸ਼ਖਬਰੀ ਦਿੰਦੇ ਨੇ ਕਿ ਪੰਜਾਬ ਦੇ ਲੋਕੋ ਕਿ ਜਿਹੜੇ ਹਜ਼ੂਰ ਸਾਹਿਬ ਦੇ ਯਾਤਰੀ ਨੇ, ਉਹ ਪਹਿਲਾ ਜਥਾ ਜਿਹੜਾ 200-250 ਦੇ ਕਰੀਬ ਜਿਹੜਾ ਹੈ ਉਹ ਆਪੋ ਆਪਣੇ ਘਰਾਂ 'ਚ ਪਹੁੰਚ ਗਿਆ। ਪਰ ਵਲਟੋਆ ਸਾਹਿਬ, ਇੱਥੇ ਮੇਰਾ ਇਹ ਵੀ ਸਵਾਲ ਹੈ ਨਾ ਕਿ ਜੇਕਰ ਸ਼ਰਧਾਲੂਆਂ ਦੀ ਉੱਥੇ ਸਕਰੀਨਿੰਗ ਕੀਤੀ ਗਈ, ਜਿੱਦਾਂ ਜੋ ਸੇਵਾ ਦੇ ਮੈਂਬਰ ਨੇ ਜਾਂ ਬਾਬਾ ਜੀ ਬਲਵੀਰ ਸਿੰਘ ਵੱਲੋਂ ਇੱਕ ਵੀਡੀਓ ਵੀ ਜਾਰੀ ਕਰਕੇ ਗੱਲ ਕੀਤੀ ਗਈ ਸੀ ਕਿ 3 ਵਾਰੀ ਉਹਨਾਂ ਦੀ ਸਕਰੀਨਿੰਗ ਹੋਈ, ਉਸ ਤੋਂ ਬਾਅਦ ਉਹਨਾਂ ਦੀ ਰਿਪੋਰਟ ਜੋ ਨੈਗੇਟਿਵ ਆਈ ਹੈ, ਤੁਹਾਨੂੰ ਨਹੀਂ ਲੱਗਦਾ ਕਿ ਕੇਂਦਰ ਸਰਕਾਰ ਨੂੰ ਇਹ ਚੀਜ਼ ਚਾਹੀਦੀ ਸੀ ਕਿ ਸ਼ਰਧਾਲੂਆਂ ਦੇ ਨਾਲ ਜੋ ਉਹਨਾਂ ਨੇ ਮਜ਼ਦੂਰ ਭੇਜੇ ਨੇ, ਉਹਨਾਂ ਦੀ ਵੀ ਸਕਰੀਨਿੰਗ ਹੋਣੀ ਜ਼ਰੂਰੀ ਲਾਜ਼ਮੀ ਸੀ ਉੱਥੇ? ਦੇਖੋ, ਪਹਿਲੀ ਤੇ ਗੱਲ ਹੈ ਕਿ ਕਿਸੇ ਤਰ੍ਹਾਂ ਦੀ ਕੋਈ ਕੇਂਦਰ ਸਰਕਾਰ ਨੇ ਮਜ਼ਦੂਰ ਨਹੀਂ ਭੇਜੇ। ਸੋ ਤੁਹਾਡੇ ਨੁਮਾਇੰਦੇ ਵੱਲੋਂ ਨਾ ਰੰਧਾਵਾ ਸਾਹਿਬ ਗੱਲ ਕਹਿ ਰਹੇ ਨੇ, ਰੰਧਾਵਾ ਸਾਹਿਬ ਫੋਨ ਲਾਈਨ ਤੇ ਸਾਡੇ ਨਾਲ ਮੌਜੂਦ ਨੇ, ਇਹ ਗੱਲ ਕਹਿ ਰਹੇ ਨੇ ਕਿ ਬ੍ਰਿਗੇਡੀਅਰ ਵੱਲੋਂ ਇਹ ਗੱਲ ਮੰਗ ਕੀਤੀ ਗਈ ਹੈ ਕਿ ਮਜ਼ਦੂਰਾਂ ਨੂੰ ਵੀ ਵਾਪਸ ਲਿਆਂਦਾ ਜਾਵੇ। ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੂੰ ਅਪੀਲ ਕੀਤੀ ਗਈ ਹੈ। ਮੇਰੀ ਬੇਨਤੀ ਸੁਣੋ ਜੀ, ਬੀਬਾ ਹਰਸਿਮਰਤ ਕੌਰ ਬਾਦਲ ਨੂੰ ਤੇ ਰੋਜ਼ਾਨਾ ਜਿਹੜੀਆਂ ਕਿਤੇ ਅੰਦੌਰ 'ਚ ਫਸੇ ਨੇ, ਕੋਈ ਕਲਕੱਤੇ 'ਚ ਫਸੇ ਨੇ, ਕੋਈ ਬੰਬੇ ਫਸੇ ਨੇ, ਕੋਈ ਗੁਜਰਾਤ 'ਚ ਫਸੇ ਨੇ, ਕੋਈ ਰਾਜਸਥਾਨ 'ਚ ਫਸੇ ਨੇ, ਕੋਈ ਯੂਪੀ 'ਚ ਫਸੇ ਨੇ, ਕੋਈ ਮੱਧ ਪ੍ਰਦੇਸ਼ 'ਚ ਫਸੇ ਨੇ, ਰੋਜ਼ਾਨਾ ਲੋਕਾਂ ਦੀਆਂ ਆਉਂਦੀਆਂ ਨੇ ਕਾਲਾਂ। ਰੋਜ਼ਾਨਾ ਜਿਹੜੇ ਉਹਨਾਂ ਦੇ ਨੁਮਾਇੰਦੇ ਨੇ ਉਹ ਵੀ ਸੰਪਰਕ ਕਰਦੇ ਕਿ ਉਹਨਾਂ ਨੂੰ ਜਿਹੜਾ ਵਾਪਸ ਲਿਆਂਦਾ ਜਾਵੇ। ਕਿਤੇ 50 ਫਸੇ ਨੇ, ਕਿਤੇ 100 ਫਸੇ ਨੇ, ਇਸ ਤਰ੍ਹਾਂ ਦੀ ਗਿਣਤੀ ਹਜ਼ਾਰਾਂ ਦੀ ਤਾਦਾਦ 'ਚ ਨੇ। ਰੰਧਾਵਾ ਸਾਹਿਬ ਵੱਲੋਂ ਇਹ ਗੱਲ ਕੀਤੀ ਜਾ ਰਹੀ ਹੈ ਨਾ। ਰੰਧਾਵਾ ਸਾਹਿਬ, ਤੁਸੀਂ ਗੱਲ ਦਾ ਜਵਾਬ ਦਿਓ ਵਲਟੋਆ ਸਾਹਿਬ ਦੀ ਦਾ। ਦੇਖੋ, ਮੇਰੀ ਤੁਸੀਂ ਬਿਆਨ ਜਿਹੜਾ ਪੜ੍ਹਿਆ, ਮੈਂ ਇਸ ਗੱਲ ਦੀ ਜਾਂਚ ਮੰਗੀ ਆ ਕਿ ਇਹਦੀ ਜਾਂਚ ਹੋਣੀ ਚਾਹੀਦੀ ਆ, ਆਇਆ ਉਹ ਵਿੱਚ ਆਏ ਜਾਂ ਨਹੀਂ ਆਏ। ਤੁਸੀਂ ਮੇਰਾ ਬਿਆਨ ਸ਼ਾਇਦ ਚੰਗੀ ਤਰ੍ਹਾਂ ਨਹੀਂ ਪੜ੍ਹਿਆ। ਮੇਰਾ ਮਤਲਬ ਜੋ ਮੈਂ ਕਿਹਾ ਕਿ ਆ ਸਮਝਦਾਰ ਨੇ ਏਦਾਂ ਬ੍ਰਿਗੇਡੀਅਰ ਨੇ ਚਿੱਠੀ ਲਿਖੀ ਆ, ਬ੍ਰਿਗੇਡੀਅਰ ਨੇ ਅਪੀਲ ਕੀਤੀ ਆ, ਕਿਉਂਕਿ ਉਸ ਤੋਂ ਬਾਅਦ ਜਿਸ ਤਰੀਕੇ ਦੇ ਨਾਲ ਮੀਡੀਆ ਨੇ ਸਾਨੂੰ ਬਦਨਾਮ ਕੀਤਾ, ਮੀਡੀਆ ਨੇ ਜਿਸ ਤਰ੍ਹਾਂ ਸਿੱਖ ਕੌਮ ਦੇ ਉੱਤੇ ਟਾਰਗੇਟ ਕਰਕੇ, ਈਵਨ ਬਲਟੋਆ ਸਾਹਿਬ ਸਤਿਕਾਰਯੋਗ ਨੇ, ਸਾਡੇ ਭਰਾ ਨੇ, ਕਿ ਮੇਰਾ ਦੂਸਰਾ ਇਤਰਾਜ਼ ਇਹ ਹੈ ਕਿ ਮੀਡੀਆ ਨੇ ਬਲਕਿ ਇਹਨਾਂ ਦੇ ਲੀਡਰਾਂ ਨੂੰ ਵੀ ਜਿਹੜਾ ਹਿੰਦੁਸਤਾਨ ਦਾ ਜਿਹੜਾ ਨੈਸ਼ਨਲ ਮੀਡੀਆ ਹੈ ਉਹਦੇ ਤੇ ਬਦਨਾਮ ਕੀਤਾ। ਇਹਨੂੰ ਡਿਫੈਂਡ ਕਰਨਾ ਚਾਹੀਦਾ ਸੀ। ਮੈਂ ਮੀਡੀਆ ਦਾ ਜੋ ਕੰਮ ਹੈ ਉਹ ਕਰ ਰਿਹਾ, ਪਰ ਸਾਡਾ ਇੱਕੋ ਹੀ ਸਵਾਲ ਹੈ ਕਿ ਜੇਕਰ ਕੇਂਦਰ ਵੱਲੋਂ ਸ਼ਰਧਾਲੂਆਂ ਨੂੰ ਵਾਪਸ ਲਿਆਉਣ ਦੀ ਜੋ ਹਦਾਇਤ ਸੀਗੀ ਉਹ ਕੀਤੀ ਗਈ ਹੈ, ਉਹ ਮੰਗ ਵੀ ਮੰਨੀ ਗਈ ਹੈ ਸੂਬਾ ਸਰਕਾਰ ਦੀ, ਤਾਂ ਉਸ ਤੋਂ ਬਾਅਦ ਮਹਾਰਾਸ਼ਟਰ ਸਰਕਾਰ ਨੂੰ ਜਾਂ ਕੇਂਦਰ ਸਰਕਾਰ ਨੂੰ ਜਾਂ ਬੀਬਾ ਹਰਸਿਮਰਤ ਕੌਰ ਬਾਦਲ ਨੂੰ ਇਹ ਵੀ ਆਦੇਸ਼ ਦੇਣੇ ਚਾਹੀਦੇ ਸੀ ਨਾ ਕਿ ਜੋ ਮਜ਼ਦੂਰ ਉੱਥੋਂ ਦੀ ਨਾਲ ਜਾ ਰਹੇ ਨੇ ਉਹਨਾਂ ਦੀ ਵੀ ਸਕਰੀਨਿੰਗ ਹੋਵੇ, ਤਾਂ ਜੋ ਹੁਣ ਜੋ ਰਿਪੋਰਟਾਂ ਸਾਹਮਣੇ ਆ ਰਹੀਆਂ ਨੇ ਉਹ ਹੈਰਾਨੀਜਨਕ ਨਤੀਜੇ ਆ ਰਹੇ ਨੇ ਪੰਜਾਬ 'ਚ।
ਬਿਲਕੁਲ ਬਿਲਕੁਲ ਇਹੀ ਗੱਲ ਦੀ ਜਿਹੜੀ ਮਤਲਬ ਮੇਰਾ ਪ੍ਰੈਸ ਬਿਆਨ ਹੈ ਜਾਂ ਅਸੀਂ ਜਿਹੜੀ ਕੀਤੀ ਉਹ ਇਹੀ ਗੱਲ ਕੀਤੀ ਹੈ ਵੀ ਇਹਦੀ ਜਾਂਚ ਹੋਣੀ ਚਾਹੀਦੀ ਹੈ, ਕਿਉਂਕਿ ਮਜ਼ਦੂਰਾਂ ਦੇ ਨਾਲ ਲੱਗ ਕੇ ਸਾਨੂੰ ਇਹ ਖਤਰਾ ਕਿ ਜਿਹੜੇ ਸ਼ਰਧਾਲੂ ਬਦਨਾਮ ਕੀਤੇ ਗਏ ਨੇ ਜਾਂ ਉਹਨਾਂ ਨੂੰ ਬਿਮਾਰੀ ਲੱਗੀ ਹੈ। ਵਡੋਆ ਸਾਹਿਬ, ਬ੍ਰਿਗੇਡੀਅਰ ਸਾਹਿਬ ਵੱਲੋਂ ਇਹ ਵੀ ਕਿਤੇ ਨਾ ਕਿਤੇ ਅਪੀਲ ਕਰਨੀ ਚਾਹੀਦੀ ਸੀ ਉਹਨਾਂ ਨੂੰ ਕਿ ਜੋ ਸ਼ਰਧਾਲੂਆਂ ਦੇ ਨਾਲ ਮਜ਼ਦੂਰਾਂ ਨੂੰ ਮੈਂ ਅਪੀਲ ਕਰ ਰਿਹਾ ਹਾਂ ਕਿ ਉਹਨਾਂ ਨੂੰ ਵਾਪਸ ਭੇਜਿਆ ਜਾਵੇ, ਉਹਨਾਂ ਦੀ ਸਕਰੀਨਿੰਗ ਕਰਵਾਈ ਜਾਵੇ ਅਲੱਗ ਦੇ ਤੌਰ ਤੇ, ਤਾਂ ਜੋ ਜੇਕਰ, ਕਿਉਂਕਿ ਮਹਾਰਾਸ਼ਟਰ ਬਹੁਤ ਵੱਡੇ ਪੱਧਰ ਤੇ ਕਰੋਨਾ ਪੀੜਤ ਬਣ ਰਿਹਾ, ਆਪਾਂ ਦੇਖ ਰਹੇ ਹਾਂ ਕਿ ਰਿਪੋਰਟਾਂ ਲਗਾਤਾਰ ਕਰੋਨਾ ਪੀੜਤਾਂ ਦੀ ਗਿਣਤੀ ਦੇ ਵਿੱਚ ਇਜ਼ਾਫਾ ਹੁੰਦਾ ਨਜ਼ਰ ਆ ਰਿਹਾ, ਤਾਂ ਕਿਤੇ ਨਾ ਕਿਤੇ ਕਿਸੇ ਤੋਂ ਤਾਂ ਗਲਤੀ ਹੋਈ ਹੈ ਨਾ, ਕਿਉਂਕਿ ਮਜ਼ਦੂਰ ਜੇ ਸ਼ਰਧਾਲੂਆਂ ਨਾਲ ਮਿਲੇ ਤਾਂ ਉਸ ਤੋਂ ਬਾਅਦ ਸ਼ਰਧਾਲੂ ਜ਼ਿਆਦਾਤਰ ਕਰੋਨਾ ਪੋਜ਼ਿਟਿਵ ਪਾਏ ਜਾ ਰਹੇ ਨੇ। ਮੇਰੀ ਬੇਨਤੀ ਇੰਨੀ ਕਾ ਕਿ ਜਿੰਨੇ ਵੀ ਤਰੱਦਦ ਕੀਤੇ ਗਏ, ਜਿੰਨੀ ਵੀ ਕੋਸ਼ਿਸ਼ ਕੀਤੀ ਗਈ ਸ਼੍ਰੀ ਹਜੂਰ ਸਾਹਿਬ ਦੇ ਯਾਤਰੂਆਂ ਵਾਸਤੇ ਪਰਮਿਸ਼ਨ ਵਾਸਤੇ ਕੀਤੀ ਗਈ, ਤੇ ਕੇਵਲ ਕੇਂਦਰ ਸਰਕਾਰ ਵੱਲੋਂ, ਗ੍ਰਹਿ ਮੰਤਰਾਲੇ ਵੱਲੋਂ ਪਰਮਿਸ਼ਨ ਵੀ ਸ਼੍ਰੀ ਹਜੂਰ ਸਾਹਿਬ ਦੇ ਯਾਤਰੀਆਂ ਨੂੰ ਵਾਪਸ ਲਿਆਉਣ ਵਾਸਤੇ ਦਿੱਤੀ ਗਈ ਹੈ ਜੀ। ਔਰ ਜਦੋਂ ਉਹਨਾਂ ਮਜ਼ਦੂਰਾਂ ਨੂੰ ਪਤਾ ਲੱਗਾ ਕਿ ਹਜੂਰ ਸਾਹਿਬ ਦੇ ਯਾਤਰੀਆਂ ਨੂੰ ਪਰਮਿਸ਼ਨ ਮਿਲ ਗਈ, ਅਸੀਂ ਉੱਥੇ ਜੇ ਚੱਲ ਜਾਈਏ ਤੇ ਅਸੀਂ ਪੰਜਾਬ ਪਹੁੰਚ ਸਕਦੇ ਹਾਂ। ਜਿਹੜੇ ਉਹਨਾਂ ਦੇ ਨੁਮਾਇੰਦੇ ਨੇ, ਚਾਹੇ ਉੱਥੋਂ ਦੇ ਦਰਸ਼ਨ ਲਾਲ ਐਮਐਲਏ ਨੇ ਜਿਹੜੇ ਕਾਂਗਰਸ ਪਾਰਟੀ ਨਾਲ ਸੰਬੰਧਿਤ, ਉਹ ਵੀ ਆਪਦੀ ਕੋਸ਼ਿਸ਼ ਕਰਦੇ ਰਹੇ ਕਿ ਜਿਹੜੇ ਵੱਖ-ਵੱਖ ਥਾਈਂ ਜਿਹੜੇ ਮਹਾਰਾਸ਼ਟਰ ਦੇ ਵਿੱਚ ਮਜ਼ਦੂਰ ਫਸੇ ਹੋਏ ਉਹਨਾਂ ਨੂੰ ਲਿਆਂਦਾ ਜਾਵੇ। ਪਰ ਵਟੋਆ ਸਾਹਿਬ, ਰੰਧਾਵਾ ਸਾਹਿਬ ਵੱਲੋਂ ਇਹੀ ਤਾਂ ਗੱਲ ਕੀਤੀ ਜਾ ਰਹੀ ਹੈ, ਜੇ ਇਸ ਤਰ੍ਹਾਂ ਗੱਲ ਕਰਨੀ ਮੈਂ ਬੰਦ ਕਰ ਦੇਣਾ। ਇੰਨੀ ਕੀ ਗੱਲ ਕੀਤੀ ਜਾ ਰਹੀ ਹੈ ਕਿ ਤੁਸੀਂ ਗੱਲ ਹੀ ਨਹੀਂ ਕਰਨ ਦਿੰਦੇ। ਹਾਂਜੀ ਰੰਧਾਵਾ ਸਾਹਿਬ, ਮੇਰਾ ਕੁਐਸਚਨ ਸਿਰਫ ਇੰਨਾ ਕਿ ਹੈ ਕਿ ਜੋ ਰੰਧਾਵਾ ਸਾਹਿਬ ਵੱਲੋਂ ਇਹ ਗੱਲ ਕੀਤੀ ਜਾ ਰਹੀ ਹੈ ਕਿ ਬ੍ਰਿਗੇਡੀਅਰ ਸਾਹਿਬ ਵੱਲੋਂ ਇਹ ਲਗਾਤਾਰ ਅਪੀਲ ਕੀਤੀ ਜਾ ਰਹੀ ਸੀ ਕਿ ਸ਼ਰਧਾਲੂਆਂ ਦੇ ਨਾਲ ਮਜ਼ਦੂਰਾਂ ਨੂੰ ਵੀ ਵਾਪਸ ਲਿਆਂਦਾ ਜਾਵੇ। ਮੇਰੀ ਬੇਨਤੀ ਇੰਨੀ ਕਿ ਮੈਂ ਤੁਹਾਨੂੰ ਜੀ ਗੱਲ ਕਲੀਅਰ ਕਰਨੀ ਚਾਹੁੰਦਾ ਕਿ ਬ੍ਰਿਗੇਡੀਅਰ ਸਾਹਿਬ ਨੇ ਅਪੀਲ ਕੀਤੀ ਸਰਕਾਰ ਨੂੰ ਕਿ ਉਹਨਾਂ ਨੂੰ ਲਿਆਂਦਾ ਜਾਵੇ, ਇਹ ਨਹੀਂ ਕਿ ਹਜੂਰ ਸਾਹਿਬ ਦੇ ਯਾਤਰੀਆਂ ਦੇ ਨਾਲ ਲਿਆਂਦਾ ਜਾਵੇ ਜੀ। ਔਰ ਦੂਸਰੀ ਗੱਲ ਜਿਹੜੀ ਹੈ, ਦਰਸ਼ਨ ਲਾਲ ਜਿਹੜੇ ਉੱਥੋਂ ਦੇ ਕਾਂਗਰਸੀ ਐਮਐਲਏ ਨੇ ਬਲਾਚੌਰ ਦੇ, ਉਹ ਵੀ ਅਪੀਲ ਕਰਦੇ ਰਹੇ ਨੇ, ਹੋਰ ਵੀ ਨੁਮਾਇੰਦੇ ਅਪੀਲ ਕਰਦੇ ਰਹੇ ਨੇ ਜਿਹੜੇ ਮਹਾਰਾਸ਼ਟਰ ਦੇ ਵਿੱਚ ਵੱਖ-ਵੱਖ ਥਾਵਾਂ ਤੇ ਮਜ਼ਦੂਰ ਫਸੇ ਨੇ ਉਹਨਾਂ ਨੂੰ ਲਿਆਂਦਾ ਜਾਵੇ। ਪਰ ਇਹ ਕਦਾਚਿਤ ਕਿਸੇ ਨੇ ਵੀ ਨਾ ਪਰਮਿਸ਼ਨ ਦਿੱਤੀ ਸੀ ਔਰ ਨਾ ਕੋਈ ਅਜਿਹੀ ਕਿਸੇ ਦੀ ਮੰਗ ਸੀ ਕਿ ਹਜੂਰ ਸਾਹਿਬ ਦੇ ਯਾਤਰੀਆਂ ਚ ਮਿਕਸ ਕਰਕੇ ਲਿਆਂਦਾ ਜਾਵੇ। ਔਰ ਇਹ ਸਰਕਾਰ ਦੀ ਜਿਨ੍ਹਾਂ ਨੇ ਪ੍ਰਬੰਧ ਕੀਤੇ ਸੀ ਵਾਪਸ ਲਿਆਉਣ ਦੇ, ਉਹਨਾਂ ਦਾ ਫਰਜ਼ ਬਣਦਾ ਸੀ ਉਹਨਾਂ ਦੀ ਸਕਰੀਨਿੰਗ ਕਰਨਾ, ਕਿ ਉਹਨਾਂ ਨੂੰ ਆਈਸੋਲੇਟ ਕਰਨਾ, ਉਹਨਾਂ ਨੂੰ ਵੱਖਰਿਆਂ ਲਿਆਉਣਾ। ਜੇ ਲਿਆਉਣਾ ਵੀ ਸੀ ਤੇ ਇੱਥੇ ਸਰਕਾਰ ਮੰਨੀ ਨਹੀਂ, ਸਰਕਾਰ ਦੇ ਕਹਿੰਦੀ ਸਾਡੇ ਨੋਟਸ 'ਚ ਹੀ ਨਹੀਂ, ਜਾਣ ਕੇ ਮਜ਼ਦੂਰੀ ਵਿੱਚ ਰਲ ਗਏ। ਇਸ ਕਰਕੇ ਜਿਹੜਾ ਆ ਇਹ ਜਿਹੜੀ ਕਤਾਹੀ ਹੈ ਸਰਕਾਰ ਨੇ, ਜਿਹੜੀ ਆ ਸਰਕਾਰ ਦੇ ਪ੍ਰਬੰਧਾਂ ਦੇ ਵਿੱਚ ਕਤਾਹੀ ਹੈ ਔਰ ਪੰਜਾਬ ਸਰਕਾਰ ਨੇ ਬਹੁਤ ਵੱਡੀ ਗਲਤੀ ਕੀਤੀ ਹੈ। ਸਰਕਾਰ ਨੇ ਇਸ ਕੇਵਲ ਬੱਸਾਂ ਭੇਜ ਕੇ, ਉਹ ਵੀ ਏਸੀ ਬੱਸਾਂ ਜਿਨ੍ਹਾਂ ਬਾਰੇ ਨੌਮ ਜੋ ਕਹਿੰਦੇ ਨੇ, ਗਾਈਡਲਾਈਨ ਜੋ ਕਹਿੰਦੀਆਂ ਨੇ ਕਿ ਬੱਸਾਂ ਏਸੀ ਬੱਸਾਂ ਦੇ ਵਿੱਚ ਜਾਂ ਏਸੀ ਕਮਰੇ ਦੇ ਵਿੱਚ ਜਿਹੜੇ ਅਜਿਹੇ ਲੋਕ ਨੇ ਸ਼ੱਕੀ ਹੋਣ ਜਾਂ ਪੀੜਤ ਹੋਣ, ਉਹਨਾਂ ਨੂੰ ਕਦਾਚਿਤ ਵੀ ਨਹੀਂ ਇਹ ਰੱਖਿਆ ਜਾ ਸਕਦਾ। ਔਰ 72 ਘੰਟੇ ਲਗਾਤਾਰ ਬੱਸਾਂ ਦੇ ਵਿੱਚ ਰੱਖਿਆ ਗਿਆ। ਜਿਸ ਤਰ੍ਹਾਂ ਤੁਸੀਂ ਵੀ ਗੱਲ ਕੀਤੀ ਕਿ ਜਿਹੜੇ ਮਜ਼ਦੂਰ ਨੇ ਉਹ ਵੱਖ-ਵੱਖ ਹੋਰ ਸ਼ਹਿਰਾਂ ਤੋਂ ਉਹਨਾਂ ਤੋਂ ਆਏ ਜਿੱਥੇ ਕਰੋਨਾ ਮਹਾਮਾਰੀ ਦਾ ਜ਼ਿਆਦਾ ਪ੍ਰਕੋਪ ਸੀ ਜੀ, ਔਰ ਉਹ ਆਣ ਕੇ ਵਿੱਚ ਰਲ ਗਏ ਜੇ ਉੱਥੇ ਜੇ ਪਤਾ ਲੱਗ ਗਿਆ ਸੀ, ਜਿਸ ਤਰ੍ਹਾਂ ਕਿ ਅੱਜ ਦੀ ਅਜੀਤ ਅਖਬਾਰ ਦੀ ਰਿਪੋਰਟ ਵੀ ਹੈ, ਸਰਦਾਰ ਮੇਜਰ ਸਿੰਘ ਜਿਹੜੇ ਸੀਨੀਅਰ ਪੱਤਰਕਾਰ ਨੇ, ਉਹਨਾਂ ਨੇ ਵੀ ਕਿਹਾ ਕਿ ਉੱਥੇ ਜਿਹੜੇ ਸ਼ਰਧਾਲੂਆਂ ਨੇ ਵੀ ਇਤਰਾਜ਼ ਉਠਾਏ ਕਿ ਇਹ ਜਿਹੜੇ ਬਾਹਰੀ ਲੋਕ ਆਣ ਕੇ ਸਾਡੇ ਵਿੱਚ ਰਲ ਗਏ ਨੇ, ਇਹਨਾਂ ਨੂੰ ਨਾਲ ਨਾ ਲਿਜਾਇਆ ਜਾਵੇ। ਪਰ ਉਹਦੀ ਕਿਸੇ ਤਰ੍ਹਾਂ ਦੀ ਕੋਈ ਪ੍ਰਵਾਹ ਨਹੀਂ ਕੀਤੀ ਗਈ ਅਧਿਕਾਰੀਆਂ ਵੱਲੋਂ, ਕਰਮਚਾਰੀਆਂ ਵੱਲੋਂ ਕਿਸੇ ਤਰ੍ਹਾਂ ਦੀ ਕੋਈ ਪ੍ਰਵਾਹ ਨਹੀਂ ਕੀਤੀ ਗਈ। ਔਰ ਉਹਨਾਂ ਨੂੰ ਲੋਕਾਂ ਨੂੰ ਜਿਹੜਾ ਯਾਤਰੀਆਂ ਦੇ ਵਿੱਚ ਲਿਆਂਦਾ ਗਿਆ, ਜਿਹੜਾ ਕਿ ਬਹੁਤ ਵੱਡਾ ਗੁਨਾਹ ਹੈ ਔਰ ਬਹੁਤ ਵੱਡੀ ਗਲਤੀ ਹੈ ਜਿਹੜੀ ਕਿ ਪੰਜਾਬ ਸਰਕਾਰ ਨੇ ਕੀਤੀ ਹੈ। ਔਰ ਪੰਜਾਬ ਸਰਕਾਰ ਨੂੰ ਸਵੀਕਾਰ ਕਰਨੀ ਚਾਹੀਦੀ ਹੈ ਕਿ ਜਿਹੜੇ ਯਾਤਰੂ ਸਵਾ ਮਹੀਨੇ ਤੋਂ ਉੱਥੇ ਬਿਨਾਂ ਲਾਗ ਤੋਂ ਬੈਠੇ ਸੀ, ਬਿਨਾਂ ਅਲਾਮਤ ਤੋਂ ਬੈਠੇ ਸੀ, ਕਿਸੇ ਤਰ੍ਹਾਂ ਦੀ ਬਿਮਾਰੀ ਦਾ ਉਹਨਾਂ ਤੇ ਕੋਈ ਅਸਰ ਨਹੀਂ ਸੀ, ਉਹਨਾਂ ਨੂੰ ਜੇ ਅੱਜ ਬਿਮਾਰੀ ਪੋਜ਼ਿਟਿਵ ਆ ਰਹੀ ਹੈ ਤੇ ਉਹ ਪੰਜਾਬ ਸਰਕਾਰ ਦੀ ਗਲਤੀ ਕਰਕੇ ਕਿ ਮਜ਼ਦੂਰਾਂ ਨੂੰ ਮਿਕਸ ਕਰਕੇ ਜਿਹੜਾ ਆ ਉਹ ਬੱਸਾਂ ਦੇ ਵਿੱਚ ਲਿਆਂਦਾ ਗਿਆ। ਇਸ ਕਰਕੇ ਜਿਹੜਾ ਆ ਅੱਜ ਸਾਡੇ ਜਿਹੜੇ ਯਾਤਰੂ ਆ, ਜਿਹੜੇ ਸ਼ਰਧਾਲੂ ਨੇ, ਉਹਨਾਂ ਨੂੰ ਜਿਹੜਾ ਸਾਹਮਣਾ ਕਰਨਾ ਪੈ ਰਿਹਾ। ਦੇਖੋ ਵਟੋਆ ਸਾਹਿਬ, ਕਿਤੇ ਨਾ ਕਿਤੇ ਚਾਹੇ ਸੂਬਾ ਸਰਕਾਰ ਹੈ, ਚਾਹੇ ਕੇਂਦਰ ਸਰਕਾਰ ਹੈ, ਚਾਹੇ ਮਹਾਰਾਸ਼ਟਰ ਸਰਕਾਰ ਹੈ, ਕਿਸੇ ਤੋਂ ਕੋਤਾਹੀ ਹੋਈ ਹੈ ਤਾਂ ਹੀ ਕਰੋਨਾ ਪੋਜ਼ਿਟਿਵ ਜੋ ਸ਼ਰਧਾਲੂ ਨੇ ਉਹ ਪਾਏ ਜਾ ਰਹੇ ਨੇ। ਸੋ ਵਟੋਆ ਸਾਹਿਬ ਨਾਲ ਗੁਰਪ੍ਰੀਤ ਸਿੰਘ ਰੰਧਾਵਾ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ ANB ਨਿਊਜ਼ ਦੇ ਨਾਲ ਗੱਲਬਾਤ ਕਰਨ ਲਈ।